हेलो स्टूडेंट्स, मैगनैटिक फील्ड्स इन मैटर कंटिन्यू चल रहा सीगा अपना चैप्टर। ਇਹਦੇ ਵਿੱਚ बेटा प्रॉपर्टीज़ ऑफ डायामैगनैटिक सबसटांसिस थ्योरी मैं ਤੁਹਾਨੂੰ करवा चुकी ਸੀਗੀ। ਉਸ ਤੋਂ ਬਾਅਦ ਨੈਕਸਟ ਨੇ प्रॉपर्टीज़। ਇਹ प्रॉपर्टीज़ ਤੁਸੀਂ ਆਪਣੇ ਆਪ ਕਰੋਗੇ, ਬਹੁਤ ਸਿੰਪਲ प्रॉपर्टीज़ ਨੇ। ਇਸੇ ਤਰ੍ਹਾਂ ਫਰਦਰ ਪੈਰਾਮੈਗਨੈਟਿਕ ਦੀਆਂ प्रॉपर्टीज़ ਨੇ, ਫੈਰੋਮੈਗਨੈਟਿਕ ਦੀਆਂ प्रॉपर्टीज़ ਨੇ। ਇਹ ਮੈਂ ਤੁਹਾਡੇ ਤੇ ਛੋੜ ਰਹੀ ਹਾਂ बेटा, ਤੁਸੀਂ ਆਪਣੇ ਆਪ ਕਰਨੀਆਂ ਨੇ। ਮੈਂ ਤੁਹਾਨੂੰ ਥਿਊਰੀ ਪੋਰਸ਼ਨ ਕਰਵਾ ਰਹੀ ਹਾਂ ਕਿਉਂਕਿ ਆਪਣੇ ਐਗਜ਼ਾਮਸ 'ਚ ਵੀ ਦਿਨ ਬਹੁਤ ਥੋੜੇ ਰਹਿ ਗਏ ਨੇ। ਤਾਂ ਉਸ ਤੋਂ ਬਾਅਦ ਡਾਇਆਮੈਗਨੈਟਿਕ ਤੋਂ ਬਾਅਦ ਨੈਕਸਟ ਜਿਹੜੀ ਥਿਊਰੀ ਹੈ ਦੈਟ ਇਜ਼ ਪੈਰਾਮੈਗਨੈਟਿਜ਼ਮ ਬੇਸਡ। ਪੈਰਾਮੈਗਨੈਟਿਕ ਮਟੀਰੀਅਲਸ ਦੇ ਲਈ ਹੈ। ਦੇਖੋ ਇਸ 'ਚ ਕੀ ਹੈ, ਜਿਸ ਤਰ੍ਹਾਂ ਆਪਾਂ ਡਾਇਆਮੈਗਨੈਟਿਕ ਮਟੀਰੀਅਲਸ ਪੜ੍ਹੇ, ਡਾਇਆਮੈਗਨੈਟਿਕ ਦੀ ਅਗਰ ਤੁਸੀਂ ਥਿਓਰੈਟੀਕਲ ਪੋਰਸ਼ਨ ਦੇਖੋ ਤਾਂ ਉਹਦੇ 'ਚ ਆਪਾਂ ਪੜ੍ਹ ਰਹੇ ਹਾਂ ਕਿ ਇੱਕ ਇਲੈਕਟ੍ਰੋਨ ਹੈ ਜਿਹੜਾ ਉਹ ਰਿਵੋਲਵ ਕਰ ਰਿਹਾ ਹੈ। ਠੀਕ ਹੈ, ਮਤਲਬ ਆਪਾਂ ਉਹਦਾ ਆਰਬਿਟਲ ਮੋਸ਼ਨ ਕੰਸੀਡਰ ਕਰ ਰਹੇ ਹਾਂ। ਪਰ ਕਿਉਂਕਿ ਡਾਇਆਮੈਗਨੈਟਿਕਸ ਦੇ ਵਿੱਚ ਜਿਹੜੇ ਪਾਰਟੀਕਲਸ ਨੇ ਆਊਟਰ ਮੋਸਟ ਉਹ ਪੇਅਰ ਅਪ ਹੋਏ ਹੁੰਦੇ ਨੇ, ਦੈਟਸ ਵਾਈ ਉਹਨਾਂ ਦਾ ਸਪਿਨ ਮੋਸ਼ਨ ਇਹਦੇ ਵਿੱਚ ਕੰਸੀਡਰ ਨਹੀਂ ਹੁੰਦਾ ਬੇਟਾ। ਸਾਰਾ ਆਰਬਿਟਲ ਮੋਸ਼ਨ ਕਰਕੇ ਜੋ ਵੀ ਇਹਦਾ ਇਫੈਕਟ ਹੈ ਦੈਟ ਇਜ਼ ਡਿਊ ਟੂ ਆਰਬਿਟਲ ਮੋਸ਼ਨ। ਹੁਣ ਪੈਰਾਮੈਗਨੈਟਿਕ ਦੇ ਵਿੱਚ ਕੀ ਹੈ, ਦੇਖੋ ਆਰਬਿਟਲ ਮੋਸ਼ਨ ਤਾਂ ਹਰ ਇੱਕ ਸਬਸਟਾਂਸ ਦੇ ਵਿੱਚ ਹੈ ਇਲੈਕਟ੍ਰੋਨਸ ਦਾ, ਕਲੀਅਰ ਹੈ। ਪਰ ਆਰਬਿਟਲ ਮੋਸ਼ਨ ਕਰਕੇ ਇਹਦਾ ਮਤਲਬ ਡਾਇਆਮੈਗਨੈਟਿਕ ਇਫੈਕਟ ਸਭ 'ਚ ਹੀ ਪ੍ਰੋਡਿਊਸ ਹੋਊਗਾ। ਪਰ ਉਹ ਡਾਇਆਮੈਗਨੈਟਿਕ ਇਫੈਕਟ ਹੈ ਜਿਹੜਾ ਉਹ ਬਹੁਤ ਜ਼ਿਆਦਾ ਵੀਕ ਹੈ। ਬਾਕੀ ਦੇ ਮਟੀਰੀਅਲਸ 'ਚ ਅਗਰ ਅਸੀਂ ਪੈਰਾਮੈਗਨੈਟਿਕ ਦੀ ਗੱਲ ਕਰੀਏ ਜਾਂ ਅਸੀਂ ਫੈਰੋਮੈਗਨੈਟਿਕ ਮਟੀਰੀਅਲ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਡਾਇਆਮੈਗਨੈਟਿਕ ਇਫੈਕਟ ਜਿਹੜਾ ਹੋਊਗਾ ਉਹ ਬਹੁਤ ਜ਼ਿਆਦਾ ਵੀਕ ਹੋਊਗਾ। ਉਹਦੇ ਕੰਪੈਰੇਟਿਵਲੀ ਜਿਹੜੇ ਉਹਨਾਂ ਦੀਆਂ ਪ੍ਰੋਪਰਟੀਜ਼ ਦੇ ਬੇਸਡ ਜਾਂ ਉਹਨਾਂ ਦੇ ਅਨਪੇਅਰਡ ਇਲੈਕਟ੍ਰੋਨਸ ਕਰਕੇ ਜਾਂ ਉਹਨਾਂ ਦੀ ਸਟਰਕਚਰ ਕਰਕੇ ਜੋ ਵੀ ਰਿਜ਼ਲਟਸ ਨੇ ਉਹਨਾਂ ਦਾ ਇਫੈਕਟ ਜ਼ਿਆਦਾ ਹੋਊਗਾ। ਤਾਂ ਹੁਣ ਨੈਕਸਟ ਆਪਣੇ ਕੋਲ ਕੀ ਪੈਰਾਮੈਗਨੈਟਿਜ਼ਮ ਨੇ ਜਿਹੜੇ ਉਹ ਕਿਸ ਤਰ੍ਹਾਂ ਬਿਹੇਵ ਕਰਦੇ ਨੇ। ਤਾਂ ਪੈਰਾਮੈਗਨੈਟਿਕ ਸੈਂਪਲਸ ਦੇ ਵਿੱਚ ਦੇਖੋ, ਆ ਤੁਹਾਡੇ ਕੋਲ ਇੱਕ ਪੈਰਾਮੈਗਨੈਟਿਕ ਸੈਂਪਲ ਪਿਆ, ਉਹਦਾ ਇਨਸਾਈਡ ਜਿਹੜਾ ਹੈ ਉਹਦੇ ਇਨਸਾਈਡ ਉਹਦੇ ਪਾਰਟੀਕਲਸ ਰੈਂਡਮਲੀ ਓਰੀਐਂਟਿਡ ਨੇ। ਮੀਨਸ ਹੁਣ ਸਪੋਜ਼ ਕਰੋ ਕਿ ਆਪਾਂ ਇਸ ਸਪੈਸੀਮੈਨ ਨੂੰ ਕੋਈ ਮੈਗਨੈਟਿਕ ਫੀਲਡ ਨਹੀਂ ਅਪਲਾਈ ਕੀਤਾ ਹੋਇਆ, ਤਾਂ ਇਹ ਸਾਰੇ ਰੈਂਡਮਲੀ ਓਰੀਐਂਟਿਡ ਹੋਣਗੇ ਅਤੇ ਇਹ ਇੱਕ ਦੂਜੇ ਦੇ ਇਫੈਕਟ ਨੂੰ ਕੈਂਸਲ ਕਰ ਦੇਣਗੇ। ਕਲੀਅਰ ਹੈ। ਇਹ ਤਾਂ ਸੀ ਇਹਨਾਂ ਦਾ ਬਿਹੇਵੀਅਰ ਆਫ ਪੈਰਾਮੈਗਨੈਟਿਕ ਮਟੀਰੀਅਲਸ ਇਨ ਦਾ ਐਬਸੈਂਸ ਆਫ ਦਾ ਮੈਗਨੈਟਿਕ ਫੀਲਡ। ਮੀਨਸ ਮੈਗਨੈਟਿਕ ਫੀਲਡ ਦੀ ਐਬਸੈਂਸ 'ਚ ਇਹ ਸਾਰੇ ਕਿਸ ਤਰ੍ਹਾਂ ਬਿਹੇਵ ਕਰ ਰਹੇ ਨੇ। ਔਰ ਉਸ ਤੋਂ ਬਾਅਦ ਨੈਕਸਟ ਹੈ ਕਿ ਅਗਰ ਅਸੀਂ ਉਹਦੇ 'ਤੇ ਮੈਗਨੈਟਿਕ ਫੀਲਡ ਅਪਲਾਈ ਕਰ ਦਿੰਦੇ ਹਾਂ ਇਨ ਦਾ ਪ੍ਰੈਜ਼ੈਂਸ ਆਫ ਮੈਗਨੈਟਿਕ ਫੀਲਡ, ਫਿਰ ਕੀ ਹੋਊਗਾ। ਤਾਂ ਸਪੋਜ਼ ਕਰੋ ਕਿ ਸੈਂਪਲ ਨੂੰ ਮੈਗਨੈਟਿਕ ਫੀਲਡ ਅਪਲਾਈ ਕੀਤਾ ਹੋਇਆ, ਤਾਂ ਉਹਦਾ ਹਰ ਇੱਕ ਜਿਹੜਾ ਐਟਮ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਹਰ ਇੱਕ ਐਟਮ ਇੱਕ ਡਾਈਪੋਲ ਦੀ ਤਰ੍ਹਾਂ ਬਿਹੇਵ ਕਰਦਾ ਹੈ, ਤਾਂ ਉਹਦਾ ਕੋਈ ਨਾ ਕੋਈ ਮੈਗਨੈਟਿਕ ਡਾਈਪੋਲ ਮੂਵਮੈਂਟ ਹੈ ਦੈਟ ਇਜ਼ ਗਿਵਨ ਬਾਏ ਮਿਊ ਐਮ। ਕਿਉਂਕਿ ਹੁਣ ਇਹ ਡਾਈਪੋਲ ਮੂਵਮੈਂਟ ਇੱਥੇ ਬੇਟਾ ਤਾਂ ਐਗਜ਼ਿਸਟ ਕਰ ਰਿਹਾ ਹੈ ਕਿਉਂਕਿ ਇੱਥੇ ਅਨਪੇਅਰਡ ਇਲੈਕਟ੍ਰੋਨਸ ਪਏ ਨੇ। ਇਸ ਕਰਕੇ ਅਗਰ ਅਸੀਂ ਇਹਨੂੰ ਮੈਗਨੈਟਿਕ ਫੀਲਡ ਅਪਲਾਈ ਕਰਦੇ ਹਾਂ ਤਾਂ ਇਹ ਜਿਹੜੇ ਪਾਰਟੀਕਲਸ ਨੇ ਇਹ ਓਰੀਐਂਟ ਹੋਣਗੇ ਇਨ ਦਾ ਡਾਇਰੈਕਸ਼ਨ ਆਫ ਫੀਲਡ। ਤਾਂ ਜਦੋਂ ਇਹ ਮੂਵਮੈਂਟ ਕਰਨਗੇ ਇਨ ਦਾ ਡਾਇਰੈਕਸ਼ਨ ਆਫ ਫੀਲਡ, ਦੈਟ ਮੀਨਸ ਕਿ ਇਹਨਾਂ 'ਤੇ ਟਾਰਕ ਲੱਗੂਗਾ। ਉਹ ਟਾਰਕ ਦਾ ਫਾਰਮੂਲਾ ਕੀ ਹੈ, ਮਿਊ ਐਮ ਕ੍ਰਾਸ ਪ੍ਰੋਡਕਟ ਵਿਦ ਮੈਗਨੈਟਿਕ ਫੀਲਡ। ਤਾਂ ਇਹ ਫਾਰਮੂਲਾ ਯਾਦ ਰੱਖਣਾ ਹੈ। ਤਾਂ ਇੱਥੇ ਟਾਰਕ ਕੀ ਹੈ, ਮਿਊ ਐਮ ਵਿਦ ਕ੍ਰਾਸ ਪ੍ਰੋਡਕਟ ਆਫ ਮੈਗਨੈਟਿਕ ਫੀਲਡ। ਤਾਂ ਲੈਂਗਵਿਨ ਥਿਊਰੀ ਆਫ ਪੈਰਾਮੈਗਨੈਟਿਜ਼ਮ 'ਚ ਕੀ ਹੈ ਕਿ ਸਪੋਜ਼ ਕਰੋ ਸੈਂਪਲ ਹੈ, ਉਹਦੇ 'ਚ ਐਨ ਐਟਮਸ ਨੇ, ਅਸੀਂ ਉਹਦੇ 'ਤੇ ਮੈਗਨੈਟਿਕ ਫੀਲਡ ਬੀ ਅਪਲਾਈ ਕੀਤਾ ਹੋਇਆ ਜ਼ੈਡ ਡਾਇਰੈਕਸ਼ਨ 'ਚ। ਤਾਂ ਸਾਡੇ ਕੋਲ ਮੈਗਨੈਟਿਕ ਫੀਲਡ ਬੀ ਨੂੰ ਅਸੀਂ ਕੀ ਲਿਖਾਂਗੇ, ਬੀ ਕੇ ਕੈਪ। ਹੁਣ ਕਿਉਂਕਿ ਮੈਗਨੈਟਿਕ ਫੀਲਡ ਅਪਲਾਈ ਕਰਨ 'ਤੇ ਹਰ ਇੱਕ ਡਾਈਪੋਲ ਹੈ ਜਿਹੜਾ ਉਹ ਆਪਣੇ ਆਪ ਨੂੰ ਫੀਲਡ ਦੀ ਡਾਇਰੈਕਸ਼ਨ 'ਚ ਸੈੱਟ ਕਰਨ ਦੀ ਕੋਸ਼ਿਸ਼ ਕਰੂਗਾ। ਦੇਖੋ ਜਿਸ ਤਰ੍ਹਾਂ ਰੈਂਡਮਲੀ ਓਰੀਐਂਟਿਡ ਨੇ, ਸਪੋਜ਼ ਕਰੋ ਮੈਂ ਦਾ ਇਸ ਡਾਇਰੈਕਸ਼ਨ 'ਚ ਐਕਸ ਐਕਸਿਸ 'ਚ ਮੈਗਨੈਟਿਕ ਫੀਲਡ ਅਪਲਾਈ ਕਰਤਾ, ਤਾਂ ਜਦੋਂ ਮੈਗਨੈਟਿਕ ਫੀਲਡ ਅਪਲਾਈ ਕੀਤਾ ਤਾਂ ਇਹ ਜਿਹੜੇ ਪਾਰਟੀਕਲਸ ਨੇ ਇਹਨਾਂ ਨੇ ਓਰੀਐਂਟ ਹੋਣਾ। ਜਿਸ ਤਰ੍ਹਾਂ ਸਪੋਜ਼ ਇਹ ਵਾਲਾ ਹੈ ਤਾਂ ਇਹ ਓਰੀਐਂਟ ਹੋਊਗਾ ਫੀਲਡ ਦੀ ਡਾਇਰੈਕਸ਼ਨ 'ਚ। ਦੈਟਸ ਵਾਈ ਆਪਣੇ ਆਪ 'ਚ ਕੋਈ ਨਾ ਕੋਈ ਐਨਰਜੀ ਸਟੋਰ ਕਰ ਲੂਗਾ ਅਤੇ ਉਹ ਐਨਰਜੀ ਨੂੰ ਅਸੀਂ ਬੋਲਦੇ ਹਾਂ ਪੋਟੈਂਸ਼ੀਅਲ ਐਨਰਜੀ। ਇਹਦਾ ਫਾਰਮੂਲਾ ਕੀ ਹੈ, ਮਾਈਨਸ ਮਿਊ ਐਮ ਡੋਟ ਬੀ। ਇਹਦਾ ਬੇਟਾ ਫਾਰਮੂਲਾ ਜਿਹੜਾ ਹੈ ਉਹ ਤੁਹਾਡੀ ਬੁੱਕ ਦੇ ਵਿੱਚ ਹੀ ਇਸੇ ਚੈਪਟਰ 'ਚ ਤੁਸੀਂ ਆਰਟੀਕਲ 11.2 ਦੇਖਣਾ ਹੈ। ਆਪਾਂ ਸਿਰਫ ਉਹਦਾ ਰਿਜ਼ਲਟ ਯੂਜ਼ ਕਰਨਾ ਹੈ ਕਿ ਪੋਟੈਂਸ਼ੀਅਲ ਐਨਰਜੀ ਸਟੋਰਡ ਇਨ ਦਾ ਡਾਈਪੋਲ ਵਿਦ ਦਾ ਐਪਲੀਕੇਸ਼ਨ ਆਫ ਮੈਗਨੈਟਿਕ ਫੀਲਡ। ਤਾਂ ਇੱਥੇ ਅਗਰ ਐਂਗਲ ਮਿਊ ਐਮ ਅਤੇ ਬੀ ਦੇ ਵਿੱਚ ਥੀਟਾ ਹੈ ਤਾਂ ਪੋਟੈਂਸ਼ੀਅਲ ਐਨਰਜੀ ਕੀ ਹੋਗੀ, ਮਾਈਨਸ ਮਿਊ ਐਮ ਬੀ ਕੋਸ ਥੀਟਾ। ਹੁਣ ਉਸ ਤੋਂ ਬਾਅਦ ਇਹ ਦੇਖਣਾ ਹੈ ਕਿ ਪ੍ਰੋਬੇਬਿਲਿਟੀ ਕਿੰਨੀ ਕੁ ਹੈ ਡਾਈਪੋਲਸ ਦੀ that makes angle theta with the direction of magnetic field।
मतलब मैगनैटिक फील्ड की डायरैक्शन दे विच ओरीएंट होने की जिहड़ी प्रोबेबिलिटी है वो प्रोबेबिलिटी किन्नी क है। तो प्रोबेबिलिटी का फार्मूला याद रखना पेगा, एफ इज़ इक्वल टू ई रेस टू द पावर माइनस यू अपॉन के टी। यू पोटेंशियल एनर्जी, के बोल्ट्जमैन कॉन्सटेंट, टी एब्सोल्यूट टैंपरेचर है। तो इत्थे आपां वैल्यू पुट करते हैं उपर वाली। सो प्रोबेबिलिटी की होगी ई म्यू एम बी कॉस थीटा अपॉन के टी। ये प्रोबेबिलिटी है पार्टिकल्स के फील्ड की डायरैक्शन दे विच ओरीएंट होने की। हुण किन्ने नंबर ऑफ डाईपोल्स ने ਜਿਹੜੇ कि एंगल थीटा ते थीटा प्लस डी थीटा की डायरैक्शन उस फील्ड के अंडर मूव करते हैं, तो उन्होंने असीं कड्ढण दा की तरीका है, डी एन इज़ इक्वल टू प्रोबेबिलिटी इंटू सॉलिड एंगल। हुण इत्थे बेटा तुहानूं सॉलिड एंगल देखण की जरूरत है। देखो सपोज जिस तरह अपना सैंपल है, हुण जदों असीं सैंपल नूं देख रहे हाँ तो ऑबवियस है कि असीं इस सैंपल नूं नेकड आई दे नाल नहीं देख सकते। असीं अपने इंस्ट्रूमेंट के थ्रू इनू ऑबजर्व करांगे। तो जो असीं इंस्ट्रूमेंट के थ्रू ऑबजर्व करांगे तो इंस्ट्रूमेंट कदे भी एट ए टाइम होल सैंपल नूं कई बार नहीं ऑबजर्व कर सकता। तो अपने आई पीस की रेंज दे विच जिस तरह तुहाडा इंस्ट्रूमेंट है वो इंस्ट्रूमेंट की रेंज है वो आई पीस के कोण दे विच, उस आई पीस के कोण दे विच थीटा एंगल अगर बनता है उत्थे किन्ने नंबर ऑफ पार्टिकल्स आते हैं। इत्थे बेटा आ जिहड़ा एंगल बन रहा इट्स नॉट सॉरी थीटा, इट्स डी ओमेगा। इनू असीं बोलते हैं सॉलिड एंगल। भी इस रेंज दे विच जिस इंस्ट्रूमेंट के थ्रू असीं ऑबजर्व कर रहे हैं वो एंगल की है, सॉलिड एंगल। तो उस एंगल की रेंज दे विच पार्टिकल्स दे सैट होने की जिहड़ी प्रोबेबिलिटी है वो किन्ने नंबर ऑफ पार्टिकल्स ने जिहड़े वो आ सकते हैं। इत्थे सॉलिड एंगल की वैल्यू होंदी है 2 पाई साइन थीटा डी थीटा। तो ये वैल्यूज़ आप एफ की वैल्यू पुट कर देंगे, सॉलिड एंगल की वैल्यू पुट कर देंगे, तो सानू नंबर ऑफ पार्टिकल्स ने जिहड़े वो पता लग जाएंगे कि वो पार्टिकल ने जिहड़े अपने आप नूं सैट करते हैं इन द डायरैक्शन ऑफ फील्ड इन द रेंज एंगल थीटा टू थीटा प्लस डी थीटा। उस तो बाद हुण सपोज करो कि फील्ड की पर्टिकुलर डायरैक्शन दे विच जिहड़ा मैगनैटिक फील्ड है, देखो द कंपोनेंट ऑफ डाईपोल मूवमेंट इन द डायरैक्शन ऑफ मैगनैटिक फील्ड की डायरैक्शन दे विच डाईपोल मूवमेंट का जिहड़ा कंपोनेंट है, मीन सपोज करो तुसीं यह फील्ड लगाया हुआ है, डाईपोल मूवमेंट कोई आदा मैगनैटिक मूवमेंट है, तो ये दो कंपोनेंट्स हो गए, फर्स्ट कंपोनेंट सैकेंड कंपोनेंट। आ फील्ड की डायरैक्शन जिहड़ा कंपोनेंट है, क्योंकि जैड डायरैक्शन फील्ड अप्लाई किया हुआ है, सानू पता है कि वैक्टर लॉ के अकॉर्डिंग ये कंपोनेंट की होगा म्यू कॉस थीटा, ये कंपोनेंट की होगा म्यू साइन थीटा, क्योंकि जैड एक्सिस लाओगे तो आप उरे जैड लगा लाँगे। तो फील्ड की डायरैक्शन जिहड़ा कंपोनेंट है दैट इज़ म्यू एम कॉस थीटा। तो उत्थे मैगनैटिक डाईपोल्स अलाइंड बिटवीन थीटा एंड डी थीटा इज मैगनैटिक मूवमेंट किन्ना जिहड़ा है उहदी वैल्यू की है, तो उहदा कंपोनेंट की है, उस डायरैक्शन दे विच किन्ने पार्टिकल्स ओरीएंट होए, किन्ना उत्थे मतलब मैगनैटिक मूवमेंट जनरेट होया फील्ड की डायरैक्शन च, ते किन्ने पार्टिकल्स होए। सो आप ये दो वैल्यूज़ नूं मल्टीप्लाई कर लांगे, म्यू जैड की वैल्यू पुट करती तो डी एन की वैल्यू पुट करती। हुण टोटल एम कढ़ना आपां ने, टोटल वैल्यू ऑफ द या टोटल डाईपोल मूवमेंट जिहड़ा है वो किन्ना होगा। तो यदा टोटल कढ़न के लिए लिमिट्स की लगाई ने 0 to पाई। देखो 0 to पाई क्यों लगाया है, क्योंकि मैक्सीमम ओरिएंटेशन जिहड़ी है वो 0 to पाई पॉसीबल है। देखो मीन सपोज करो कि जिहड़ा आ फील्ड की डायरैक्शन च पार्टिकल पे है, यदि कोई ओरिएंटेशन नहीं होनी, ये ऑलरेडी फील्ड की डायरैक्शन दे विच सैट है। हुण इहदा मैक्सीमम की हो सकता है कि कोई पार्टिकल बिल्कुल ही ये एंटी पैरलर होए, तो एंटी पैरलर का मतलब ये है कि वो अपने आप फील्ड की डायरैक्शन से जो पैरलर करूगा तो मैक्सीमम एंगल वो 180 रोटेट करूगा। सो इस करके इत्थे लिमिट्स की ने अपनी 0 to पाई। सिमिलरली आप एम की टोटल वैल्यू फाइंड आउट करांगे। देखो आपने डी एम फाइंड आउट किया, आपने डी एन फाइंड आउट किया, तो आप एम की टोटल वैल्यू एन की टोटल वैल्यू फाइंड आउट कर लाँगे। तो नैक्सट है डाईपोल मूवमेंट इंड्यूस्ड इन एन एटम। एटम दे विच डाईपोल मूवमेंट कितना इंड्यूस्ड होया। सो एवरेज डाईपोल मूवमेंट पर एटम इन द डायरैक्शन ऑफ मैगनैटिक फील्ड इज़ गिवन बाय एम अपॉन एन। जो आप टोटल वैल्यूज़ कढ़नियां ने एम ते एन दियां वो पुट कर दो। तो जो आप वैल्यूज़ पुट करने बेटा अपने को आ चीज़ बन गई। हुण आप इंटैग्रल सॉल्व करना है। इंटैग्रल सॉल्व करने का की तरीका है
कि cos थीटा ਨੂੰ y पुट कर दो ਤਾਂ ਇਹਦਾ डिफरेंशिएशन की हो गया माइनस साइन थीटा डी वाई। ਹੁਣ क्योंकि अपनी लिमिट्स की ने 0 to पाई तो लिमिट्स चेंज करनिया पैणगियां। तो अगर थीटा 0 है, थीटा उरे 0 पुट करते हैं तो वाई अपने को कितना आ जाऊगा 1, क्योंकि cos 0 इज़ 1। जो थीटा असीं उरे पाई पुट करते हैं cos पाई बन गया, मतलब वाई की वैल्यू कितनी आ जूगी -1 आ जूगी। सो इत्थे अपने कोल म्यू Z की वैल्यू कितनी आ गई -1 to 1। सिमिलरली बेटा नीचे -1 to 1 म्यू M, ठीक है जी। cos थीटा क्योंकि वाई पुट किया वाई e रेस टू दी पावर म्यू M बी वाई अपॉन के टी डी वाई। साइन थीटा डी थीटा नूं आपां की पुट कर लांगे डी वाई पुट कर लांगे। सिमिलरली बेटा नीचे पुट करांगे तो क्योंकि इत्थे जो भी अपने कोल वैल्यूज़ आनगियां जिहड़ियां कॉमन आनगियां ऊपर नीचे कैंसल हो जाणगियां। सो अपने कोल मैगनैटिक मूवमेंट एवरेज है जिहड़ा आ साइन जिहड़ा है बेटा देखो ये साइन हैगा मैगनैटिक मूवमेंट की एवरेज वैल्यू का। तो इत्थे हुण एक अप्रॉक्सीमेशन लगाई हुई है, ये आपां इहदी लिमिटेशन भी कह सकते हैं कि सपोज करो टैंपरेचर सैंपल तो बहुत ज़्यादा हाई है, मीनस के टी की वैल्यू इज़ मच ग्रेटर दैन म्यू एम बी। दैट मीनस म्यू एम बी अपॉन के टी इज़ मच लैस दैन 1, ठीक है जी, क्योंकि ये रेसिप्रोकल होगी वैल्यू। तो जदों ये वैल्यू लैस है तो देखो अपने को एक्सपोनेंशियल दे विच वैल्यू पई है तो आप इहदी सीरीज़ एक्सपेंशन कर सकते हैं, क्योंकि ई रेस टू दी पावर थीटा अगर साडे कोल पिया है उहदे च अगर वो वैल्यू लैस हुंदी है तो असीं उहदी सीरीज़ एक्सपेंशन कर सकते हुंदे आ। तो ये सीरीज़ एक्सपेंशन करके बन गया 1 + म्यू एम बी वाई अपॉन के टी। यदा मतलब यह है कि हाई टैंपरेचर से अगर असीं अप्रॉक्सीमेशन लगाने तो असीं ये एक्सपोनेंशियल की वैल्यू ऊपर भी नीचे भी की पुट करांगे 1 + म्यू एम बी वाई अपॉन के टी। सो ये वैल्यूज़ पुट करन तो बाद बेटा इंटैग्रल्स नूं सॉल्व करना है, बहुत ईजी प्रोसैस है। इन्हां इंटैग्रल्स नूं सॉल्व करो, ये तुसीं कर लोगे अपने आप। तो इंटैग्रल्स नूं सॉल्व करके अपनी वैल्यू आ गई म्यू m² बी अपॉन 3 के टी। क्लीयर है। इत्थे आपां बी नूं पुट करांगे म्यू नॉट एच। तो बी दी देखो बी सीगा अपने कोल, बी दी जगह आपां की पुट करांगे म्यू नॉट एच। इत्थे आपां ने जो वैल्यू पुट की म्यू नॉट एच बन गया। इसका मतलब मैगनैटिक मूवमेंट इंड्यूस होया विद द एप्लीकेशन ऑफ द मैगनैटिक फील्ड। देखो इत्थे कोई नैगेटिव साइन नहीं है, दैट मीनस इंडिकेट करता है कि फील्ड की डायरैक्शन दे विच ही जिहड़ा मैगनैटिक मूवमेंट है वो इंड्यूस हो रहा है। तो अगर तुहाडे कोल टोटल n नंबर ऑफ पार्टिकल्स ने तो तुसीं इहनूं n दे नाल मल्टीप्लाई कर दो तो टोटल मैगनेटाइजेशन प्रोड्यूस्ड इन द सैंपल है जिहड़ी टोटल मैगनेटाइजेशन इंड्यूस्ड इन द पैरामैगनैटिक मटीरियल है जिहड़ी दैट इज़ डायरैक्टली प्रोपोर्शनल टू द मैगनैटिक फील्ड। हुण इत्थों एक बहुत इंपॉर्टेंट शॉर्ट क्वेश्चन निकलता बेटा देखो, क्योंकि m इज़ इक्वल टू दिस क्वांटिटी, इत्थे h वेरी करूगा, n फिक्स उस सैंपल का, मैगनैटिक मूवमेंट जो इंड्यूस होना है के टी म्यू नॉट सारे कॉन्सटेंट वैल्यूज़ ने। तो इत्थे m जिहड़ा है वो एक इनू कॉन्सटेंट कन्वर्ट करता जिन्होंने असीं बोलते हैं सुसैप्टेबिलिटी, इनू सिंबल नूं बोलते हैं चाई तो अगर असी फिजिकली बोलना तो बोलते हैं सुसैप्टेबिलिटी। सो m की है सुसैप्टेबिलिटी इंटू h। क्लीयर है। तो m इज़ डायरैक्टली प्रोपोर्शनल टू h, मतलब मैगनेटाइजेशन प्रोड्यूस इन द सैंपल इज़ डायरैक्टली प्रोपोर्शनल टू द फील्ड, कि जिन्ना तुसी फील्ड लगा रहे हो उहदे हिसाब दे नाल ही मैगनेटाइजेशन है जिहड़ी वो प्रोड्यूस होएगी। ये तो एक लॉ निकलता बेटा क्यूरी लॉ, बहुत इंपॉर्टेंट है, छोटा क्वेश्चन है, शॉर्ट क्वेश्चन है। देखो सुसैप्टेबिलिटी की जिहड़ी वैल्यू है वो अपने को आह बन रही है अगर असी अपनी इक्वेशन तो देखिए। हुण इहदे च जो सुसैप्टेबिलिटी है दैट इज़ इनवर्सली प्रोपोर्शनल टू टैंपरेचर। अगर असी बाकी सारे फैक्टर नूं कॉन्सटेंट एज्यूम करते हैं तो इत्थे टी जिहड़ा है टी एब्सोल्यूट टैंपरेचर है, तो सुसैप्टेबिलिटी की होगी, सुसैप्टेबिलिटी इज़ इनवर्सली प्रोपोर्शनल टू टैंपरेचर। दैट मीनस कि अगर किसी पैरामैगनैटिक सैंपल का टैंपरेचर इंक्रीज होगा तो उसकी सुसैप्टेबिलिटी जिहड़ी घटूगी, डिक्रीज होगी। दैट मीनस कि उहदियां जिहड़ियां मैगनेटाइजेशन दी प्रॉपर्टीज़ ने वो डिक्रीज हो जाणगियां। वैसे भी देखो आपां कई बार ऑब्जर्व किया होएगा, तुसीं भी ऑब्जर्व किया होएगा कि जदों भी असीं किसी मैगनेट नूं हीट करते हैं, ठीक है, तो वो जिहड़ी मैगनेटाइजेशन की प्रॉपर्टी है डिस्ट्रॉय हो जाती है। मतलब टैंपरेचर है जिहड़ा
ਹਾਈ ਟੈਂਪਰੇਚਰ ਮੈਗਨੇਟਾਈਜੇਸ਼ਨ ਦੀ ਪ੍ਰੋਪਰਟੀ ਨੂੰ ਡਿਕਰੀਜ਼ ਕਰਦਾ, ਦੈਟਸ ਵਾਈ ਸਸੈਪਟੇਬਿਲਿਟੀ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਦਾ ਟੈਂਪਰੇਚਰ। ਉਸ ਤੋਂ ਬਾਅਦ ਬੇਟਾ ਨੈਕਸਟ ਨੇ ਪ੍ਰੋਪਰਟੀਜ਼ ਆਫ ਪੈਰਾਮੈਗਨੈਟਿਕ ਸਬਸਟੈਂਸਿਸ, ਇਹ ਵੀ ਤੁਸੀਂ ਆਪਣੇ ਆਪ ਰੀਡ ਕਰਨੀਆਂ ਨੇ। ਥਿਊਰੀ ਦੱਸ ਰਹੀ ਹੈ ਮੈਂ ਤੁਹਾਨੂੰ ਨੈਕਸਟ ਫੈਰੋਮੈਗਨੈਟਿਜ਼ਮ ਦੀ। ਹੁਣ ਦੇਖੋ ਜਿਹੜੇ ਫੈਰੋਮੈਗਨੈਟਿਕ ਮਟੀਰੀਅਲਸ ਨੇ ਇਹਨਾਂ ਦਾ ਇੰਟਰਨਲ ਸਟਰਕਚਰ ਟੋਟਲੀ ਡਿਫਰੈਂਟ ਹੈ। ਇਹਨਾਂ ਦੇ ਇੰਟਰਨਲ ਸਟਰਕਚਰਸ ਕੀ ਹੈ, ਜਿਸ ਤਰ੍ਹਾਂ ਆਇਰਨ ਹੈ, ਕੋਬਾਲਟ ਹੈ ਜਾਂ ਨਿਕਲ ਹੈ, ਇਹਨਾਂ 'ਚ ਡੋਮੇਨ ਸਟਰਕਚਰ ਪਾਇਆ ਜਾਂਦਾ ਹੈ। ਡੋਮੇਨ ਸਟਰਕਚਰ ਮਤਲਬ ਇਹਨਾਂ 'ਚ ਇਸ ਤਰ੍ਹਾਂ ਦੇ ਰੈਂਡਮਲੀ ਓਰੀਐਂਟਿਡ ਬਾਕਸਿਸ ਨੇ, ਬਾਕਸਿਸ ਕਹਿ ਸਕਦੇ ਹਾਂ, ਡੋਮੇਨਸ ਬੋਲਦੇ ਹਾਂ ਵੈਸੇ ਅਸੀਂ ਇਹਨਾਂ ਨੂੰ। ਇਹਨਾਂ 'ਚ ਜਿਹੜੇ ਪਾਰਟੀਕਲਸ ਪਏ ਨੇ, ਇੱਕ ਡੋਮੇਨ ਦੇ ਵਿੱਚ ਤਾਂ ਪਾਰਟੀਕਲਸ ਇੱਕ ਡਾਇਰੈਕਸ਼ਨ ਦੇ ਵਿੱਚ ਹੋਣਗੇ, ਬਟ ਡਿਫਰੈਂਟ ਡੋਮੇਨਸ ਦੇ ਵਿੱਚ ਉਹ ਡਿਫਰੈਂਟ ਡਾਇਰੈਕਸ਼ਨਸ ਦੇ ਵਿੱਚ ਹੋਣਗੇ। ਕਲੀਅਰ ਹੈ? ਤਾਂ ਇਸ ਤਰ੍ਹਾਂ ਇਹਨਾਂ ਦਾ ਡੋਮੇਨ ਸਟਰਕਚਰ ਹੈ। ਹੁਣ ਉਹ ਡੋਮੇਨ ਸਟਰਕਚਰ 'ਚ ਕੀ ਹੁੰਦਾ ਕਿ ਇਹ ਇੱਕ ਦੇ ਵਿੱਚ ਇਕੱਠੇ ਕਿਉਂ ਨੇ, ਇੱਕੋ ਹੀ ਡਾਇਰੈਕਸ਼ਨ 'ਚ ਕਿਉਂ ਨੇ, ਕਿਉਂਕਿ ਇਹ ਐਕਸਚੇਂਜ ਕਪਲਿੰਗ ਕਰਦੇ ਨੇ ਆਪਸ 'ਚ। ਇਸ ਕਰਕੇ ਇਹ ਆਪਣੇ ਆਪ ਨੂੰ ਮਤਲਬ ਡਾਈਪੋਲ ਮੂਵਮੈਂਟ ਨੂੰ ਉਹਦਾ ਜ਼ੀਰੋ ਕਰਨ ਦੇ ਲਈ ਮਤਲਬ ਆਪਣੇ ਆਪ ਨੂੰ ਇਸ ਤਰ੍ਹਾਂ ਐਡਜਸਟ ਕਰਕੇ ਰੱਖਦੇ ਨੇ। ਪਰ ਜਦੋਂ ਅਸੀਂ ਮੈਗਨੈਟਿਕ ਫੀਲਡ ਲਗਾਵਾਂਗੇ, ਮੀਨ ਸਪੋਜ਼ ਕਰੋ ਕਿ ਇਸ ਸੈਂਪਲ 'ਚ ਮੈਨੇ ਮੈਗਨੈਟਿਕ ਫੀਲਡ ਇਸ ਡਾਇਰੈਕਸ਼ਨ 'ਚ ਲਗਾਇਆ, ਤਾਂ ਕੀ ਹੋਊਗਾ ਕਿ ਹੌਲੀ ਹੌਲੀ ਜਿਹੜੇ ਅਲੱਗ-ਅਲੱਗ ਡੋਮੇਨਸ ਦੇ ਪਾਰਟੀਕਲਸ ਨੇ ਉਹ ਸਾਰੇ ਆਪਣੇ ਆਪ ਨੂੰ ਇੱਕ ਫੀਲਡ, ਇਸੇ ਫੀਲਡ ਦੀ ਡਾਇਰੈਕਸ਼ਨ ਸੈੱਟ ਕਰ ਲੈਣਗੇ ਤੇ ਉਹ ਸਿੰਗਲ ਡੋਮੇਨ ਦੇ ਵਿੱਚ ਕਨਵਰਟ ਹੋ ਜਾਣਗੇ। ਮਤਲਬ ਸਿੰਗਲ ਡੋਮੇਨ 'ਚੋਂ ਫੀਲਡ ਹੈ ਜਿਹੜਾ, ਜਿਸ ਡਾਇਰੈਕਸ਼ਨ 'ਚ ਫੀਲਡ ਲਗਾਇਆ ਉੱਧਰ ਨੂੰ ਡੋਮੇਨ ਹੈ ਜਿਹੜਾ ਉਹ ਗਰੋ ਕਰਨਾ ਸ਼ੁਰੂ ਕਰ ਦੂਗਾ। ਬਸ ਇਹਦੀ ਥਿਊਰੀ ਦੇ ਵਿੱਚ ਇਹੀ ਹੈ ਕਿ ਡੋਮੇਨ ਸਟਰਕਚਰ ਹੋਣ ਕਰਕੇ ਔਰ ਇਹਨਾਂ ਦਾ ਇੰਟਰਨਲ ਸਟਰਕਚਰ ਇੰਨਾ ਪਾਵਰਫੁਲ ਹੁੰਦਾ ਕਿ ਜਦੋਂ ਆਪਾਂ ਮੈਗਨੈਟਿਕ ਫੀਲਡ ਰਿਮੂਵ ਵੀ ਕਰ ਦਿੰਦੇ ਆ ਤਾਂ ਵਾਪਸ ਆਪਣੇ ਆਪ ਨੂੰ ਡਿਸਟਰਬ ਨਹੀਂ ਕਰਦੇ ਹੈਗੇ, ਅਤੇ ਮੈਕਸੀਮਮ ਇਹਨਾਂ 'ਚ ਮੈਗਨੇਟਾਈਜੇਸ਼ਨ ਦੀ ਜਿਹੜੀ ਪ੍ਰੋਪਰਟੀ ਹੈ ਉਹ ਰਹਿ ਜਾਂਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਇਫੈਕਟ ਆਫ ਟੈਂਪਰੇਚਰ ਔਨ ਮੈਗਨੇਟਾਈਜੇਸ਼ਨ ਹੈ, ਤੁਹਾਨੂੰ ਮੈਂ ਦੱਸ ਚੁੱਕੀ ਹਾਂ। ਚਾਹੇ ਕੋਈ ਵੀ ਸੈਂਪਲ ਹੈ, ਚਾਹੇ ਪੈਰਾਮੈਗਨੈਟਿਕ ਨੇ, ਫੈਰੋਮੈਗਨੈਟਿਕ ਨੇ, ਜਦੋਂ ਵੀ ਤੁਸੀਂ ਉਹਨਾਂ ਨੂੰ ਹੀਟ ਅਪ ਕਰੋਗੇ ਤਾਂ ਉਹਨਾਂ ਦੀ ਮੈਗਨੇਟਾਈਜੇਸ਼ਨ ਦੀਆਂ ਪ੍ਰੋਪਰਟੀਜ਼ ਡਿਸਕਰਾਈਬ ਹੋਣਗੀਆਂ। ਸੋ ਦੇਖੋ ਹੁਣ ਇਹਨੇ ਕਿਊਰੀ ਟੈਂਪਰੇਚਰ ਦਿੱਤਾ। Curie temperature ਕੀ ਹੈ? When temperature of sample exceed Curie temperature, ferromagnetic materials becomes paramagnetic। ਇਹ Curie temperature ਦੀ definition ਹੈ ਕਿ ਕੋਈ ਵੀ ferromagnetic material ਹੈ, ਅਗਰ ਤੁਸੀਂ ਉਹਦਾ ਟੈਂਪਰੇਚਰ ਐਕਸੀਡ ਕਰੋਗੇ ਉਹਦੇ Curie temperature ਤੋਂ, ਤਾਂ ਉਹ ਪੈਰਾਮੈਗਨੈਟਿਕ ਦੀ ਤਰ੍ਹਾਂ ਬਿਹੇਵ ਕਰੂਗਾ। ਜਿਸ ਤਰ੍ਹਾਂ ਦੇਖੋ ਤੁਹਾਡੀ ਬੁੱਕ 'ਚ ਨੇ ਆਇਰਨ, ਨਿਕਲ ਤੇ ਕੋਬਾਲਟ ਦੇ ਦਿੱਤੇ ਹੋਏ ਨੇ। ਆਇਰਨ ਦਾ ਵੀ ਤੁਸੀਂ ਅਗਰ ਇਸ ਟੈਂਪਰੇਚਰ ਲਿਮਿਟ ਨੂੰ ਕ੍ਰੋਸ ਕਰੋਗੇ ਤਾਂ ਇਹਦੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਪੈਰਾਮੈਗਨੈਟਿਕ ਦੀ ਤਰ੍ਹਾਂ ਹੋ ਜਾਣਗੀਆਂ। ਸੋ ਇੱਥੇ ਬੇਟਾ ਡਾਇਆਮੈਗਨੈਟਿਕ, ਪੈਰਾਮੈਗਨੈਟਿਕ ਤੇ ਫੈਰੋਮੈਗਨੈਟਿਕਸ ਦੀ ਥਿਊਰੀ ਖਤਮ ਹੈ। ਤੇ ਅੱਗੇ ਇਸ ਤਰ੍ਹਾਂ ਦੀਆਂ ਕੁਝ ਪ੍ਰੋਪਰਟੀਜ਼ ਨੇ ਤੇ ਪ੍ਰੋਪਰਟੀਜ਼ ਪੜ੍ਹਨੀਆਂ ਨੇ ਤੁਸੀਂ, ਬਹੁਤ ਇੰਪੋਰਟੈਂਟ ਨੇ ਪ੍ਰੋਪਰਟੀਜ਼ ਵੀ। ਦੇਖੋ ਜਿਵੇਂ ਇਹਦੀ ਇੱਕ ਫੋਰਥ ਪ੍ਰੋਪਰਟੀ ਹੈ ਕਿ ਫੈਰੋਮੈਗਨੈਟਿਜ਼ਮ ਡਜ਼ਨਟ ਐਗਜ਼ਿਸਟ ਇਨ ਲਿਕੁਇਡਸ ਐਂਡ ਗੈਸਿਸ। ਕਿਉਂ? ਹੁਣ ਕਈ ਵਾਰੀ ਸ਼ਾਰਟ ਆਨਸਰ ਕੁਐਸਚਨ ਆਉਂਦਾ ਹੈ ਕਿ ਵਾਈ ਫੈਰੋਮੈਗਨੈਟਿਜ਼ਮ ਡਜ਼ਨਟ ਐਗਜ਼ਿਸਟ ਇਨ ਲਿਕੁਇਡ ਐਂਡ ਗੈਸਿਸ। ਉਹਦਾ ਰੀਜ਼ਨ ਹੈ ਕਿ ਉਹਨਾਂ 'ਚ ਡੋਮੇਨ ਸਟਰਕਚਰ ਨਹੀਂ ਹੈ। ਡੋਮੇਨ ਸਟਰਕਚਰ ਹੈ ਜਿਹੜੀ ਉਹ ਸੋਲਿਡਸ, ਕੁਝ ਕੁ ਸੋਲਿਡਸ ਦੇ ਕੇਸ 'ਚ ਹੀ ऑब्जर्व ਹੁੰਦੀ ਹੈ। ਇਸ ਕਰਕੇ ਲਿਕੁਇਡ ਗੈਸਿਸ 'ਚ ਅਸੀਂ ਫੈਰੋਮੈਗਨੈਟਿਜ਼ਮ ਦੀ ਪ੍ਰੋਪਰਟੀ ऑब्जर्व ਨਹੀਂ ਕਰਦੇ ਹੈਗੇ। ਸੋ ਥੈਂਕਸ ਅ ਲੋਟ ਬੇਟਾ।